यीशु मसीह नासरी के नाम में पिता परमेश्वर प्रभु यीशु मसीह की पवित्र आत्मा पवित्र हजूरी दे विच सब ਨੂੰ ਜੈ ਮਸੀਹ ਦੇ ਕਹਿੰਦੇ ਆ ਸਭ ਨੂੰ ਸਭ ਦੇ ਲਈ ਪਰਮੇਸ਼ਵਰ ਦੇ ਨਾਮ ਨੂੰ ਧੰਨਵਾਦ ਕਹਿੰਦੇ ਆ ਕਿ ਸਾਨੂੰ ਸਾਰਿਆਂ ਨੂੰ ਅੱਜ ਫਿਰ ਪ੍ਰਭੂ ਯੀਸ਼ੂ ਨੇ ਆਪਣੀ ਕਿਰਪਾ ਦੇ ਨਾਲ ਸਵੇਰੇ ਉਠਾਇਆ ਨਾਮ ਲੈ ਕੇ ਸਾਨੂੰ ਸਭ ਨੂੰ ਬੁਲਾਇਆ ਔਰ ਆਪਣੀ ਕਿਰਪਾ ਦੇ ਨਾਲ ਆਪਣੀ ਕਿਰਪਾ ਦੇ ਅਧੀਨ ਕਰਕੇ ਇਸ ਜਗ੍ਹਾ ਤੇ ਲੈ ਕੇ ਆਏ ਆਪਣੀ ਹਜ਼ੂਰੀ ਬਖਸ਼ੀ ਹੈ ਤਾਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਦੇ ਮਰਜ਼ੀ ਸਾਡੀ ਜ਼ਿੰਦਗੀਆਂ 'ਚ ਹਾਲਾਤ ਆਏ ਆ ਪਰ ਪ੍ਰਭੂ ਯੀਸ਼ੂ ਮਸੀਹ ਜੀ ਦਾ ਸ਼ੁਕਰ ਹੋ ਉਸ ਨਾਮ 'ਚ ਇੰਨੀ ਤਾਕਤ ਹੈ ਕੋਈ ਹਾਲਾਤ ਵੀ ਸਾਨੂੰ ਇਸ ਹਜ਼ੂਰੀ 'ਚ ਆਉਣ ਤੋਂ ਰੋਕ ਨਹੀਂ ਸਕਦੇ ਕਿਉਂਕਿ ਜਦੋਂ ਪਰਮੇਸ਼ਵਰ 'ਤੇ ਆਪਾਂ ਭਰੋਸਾ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ 'ਚ ਤਾਕਤ ਹੈ ਜਿਸ ਕੋਲ ਹਰ ਤਾਕਤ ਹਰ ਹਾਲਾਤ ਇਸ ਅੱਗੇ ਝੁਕਦਾ ਹੈ ਕਿਉਂਕਿ ਵਚਨ 'ਚ ਲਿਖਿਆ ਇੱਕ ਐਸਾ ਨਾਮ ਹੈ ਜਿਸ ਅੱਗੇ ਹਰ ਇੱਕ ਘੁਟਨਾ ਝੁਕੇਗਾ ਹਰ ਜ਼ੁਬਾਨ ਕਹੇਗੀ ਕਿ ਯੀਸ਼ੂ ਹੀ ਪ੍ਰਭੂ ਹੈ ਵਚਨ 'ਚੋਂ ਹੀ ਅਸੀਂ ਸਿੱਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਐਸੀ ਤਾਕਤ ਹੈ ਕਿ ਉਸ ਦੇ ਨਾਮ ਨਾਲ ਹਰ ਆਂधी ਹਰ ਤੂਫਾਨ ਖਤਮ ਹੁੰਦੇ ਸ਼ਾਂਤ ਹੁੰਦੇ ਪ੍ਰਾਰਥਨਾ ਵਿੱਚ ਆਵਾਂਗੇ ਇਸ ਪਰਮੇਸ਼ਵਰ ਦੇ ਜਿਹੜੇ ਪਰਮੇਸ਼ਵਰ ਨੇ ਸਾਨੂੰ ਸਮਰਥ ਬਖਸ਼ੀ ਹੈ ਉਹ ਸਮਰਥ ਜਿਸਨੇ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸਾਡੇ ਵਿਸ਼ਵਾਸ ਕਰਨ ਵਾਲਿਆਂ ਉੱਤੇ ਉਹ ਸਮਰਥ ਕੰਮ ਕਰਦੀ ਹੈ ਤੇ ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ ਪ੍ਰਾਰਥਨਾ ਵਿੱਚ ਜਾਵਾਂਗੇ ਥੈਂਕ ਯੂ ਫਾਦਰ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਚੀਜ਼ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਵਰ ਤੁਸੀਂ ਭਲੇ ਪਰਮੇਸ਼ਵਰ ਹੋ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੀਆਂ ਦਾਤਾਂ ਬਖਸ਼ਦੇ ਹੋ ਖੁਦਾਵੰਦ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਆਪਣੇ ਪਵਿੱਤਰ ਸਾਹਿਬ ਫਿਰ ਤੁਸੀਂ ਸਾਡੇ ਵਿੱਚ ਅੱਜ ਵਾਸਤੇ ਵਧਾਇਆ ਖੁਦਾਵੰਦ ਤੁਹਾਡਾ ਧੰਨਵਾਦ ਕਰਦੇ ਹਾਂ ਲਾਰਡ ਜੀਸਸ ਹੋ ਗॉड ਪਵਿੱਤਰ ਸਾਹਿਬ ਇਸ ਲਈ ਦਿੱਤੇ ਗਏ ਕਿ ਤੁਹਾਡੀ ਪਵਿੱਤਰਤਾਈ ਦੇ ਵਿੱਚ ਹੋਰ ਅੱਗੇ ਵਧੀਏ ਕਿਸੇ ਦੇ ਲਈ ਬਲੈਸਿੰਗ ਦਾ ਕਾਰਨ ਆਸ਼ੀਸ਼ ਦਾ ਕਾਰਨ ਬਣੀਏ ਖੁਦਾਵੰਦ ਕਿਉਂਕਿ ਤੁਸੀਂ ਉਹ ਪਰਮੇਸ਼ਵਰ ਹੋ ਜੋ ਆਪਣੀ ਹਜ਼ੂਰੀ ਇਸ ਲਈ ਬਖਸ਼ਦੇ ਹੋ ਤਾਂ ਕਿ ਅਸੀਂ ਦੂਸਰਿਆਂ ਨੂੰ ਆਸ਼ੀਸ਼ਿਤ ਕਰ ਸਕੀਏ ਖੁਦਾਵੰਦ ਇਸ ਪਲ ਤੱਕ ਕਿਤੇ ਹਰ ਗਲਤੀ ਹਰ ਗੁਨਾਹ ਦਾ ਇਕਰਾਰ ਕਰਦੇ ਹਾਂ ਫਾਦਰ ਕਿ ਨਹੀਂ ਪਤਾ ਫਾਦਰ ਤੁਸੀਂ ਜਾਣਦੇ ਕਿਉਂਕਿ ਤੁਸੀਂ ਅਤੀ ਪਵਿੱਤਰ ਪਰਮੇਸ਼ਵਰ ਹੋ ਤੁਹਾਡੇ ਸਾਹਮਣੇ ਕੋਈ ਖੜਾ ਨਹੀਂ ਰਹਿ ਸਕਦਾ ਹੈ ਖੁਦਾਵੰਦ ਤੁਹਾਡੀ ਹਜ਼ੂਰੀ ਵਿੱਚ ਤੁਹਾਡੀ ਸਤੁਤੀ ਆਰਾਧਨਾ ਕਰਨ ਆਇਆ ਕਿਉਂਕਿ ਤੁਸੀਂ ਭਲੇ ਪਰਮੇਸ਼ਵਰ ਹੋ ਤੁਹਾਡੀ ਭਲਾਈ ਦੀ ਮਹਿਮਾ ਗਾਣ ਆਇਆ ਤੁਹਾਡੇ ਉਪਕਾਰਾਂ ਦੇ ਲਈ ਧੰਨਵਾਦ ਕਰਨ ਆਇਆ ਹੈ ਖੁਦਾਵੰਦ ਸੰਕਟ ਦੇ ਸਮੇਂ ਤੁਸੀਂ ਸਾਨੂੰ ਹਮੇਸ਼ਾ ਬਚਾ ਕੇ ਰੱਖਿਆ ਲਾਰਡ ਜੀਸਸ ਓ ਗॉड ਸਾਡੀਆਂ ਹਰ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਪਾਕ ਕਰੋ ਸਾਫ਼ ਕਰੋ ਇਸ ਮਨ ਨੂੰ ਸ਼ੁੱਧ ਕਰੋ ਤਾਂ ਕਿ ਸ਼ੁੱਧ ਮਨ ਨਾਲ ਪਵਿੱਤਰ ਹੱਥ ਉਠਾ ਕੇ हे ਪਵਿੱਤਰ ਪਵਿੱਤਰ ਪਰਮੇਸ਼ਵਰ ਅਤੀ ਪਵਿੱਤਰ ਪਰਮੇਸ਼ਵਰ ਤੁਹਾਡੇ ਅਤੀ ਪਵਿੱਤਰ ਸਥਾਨ ਤੇ ਵਿਸ਼ਵਾਸ ਨਾਲ ਇਸ ਟਾਈਮ ਤੇ ਅਸੀਂ ਬੈਠੇ ਹਾਂ ਸਾਡੀ ਮਦਦ ਕਰੋ ਸਹਾਇਤਾ ਕਰੋ ਖੁਦਾਵੰਦ ਕਿ ਅਸੀਂ ਰੂਹ ਔਰ ਸੱਚਾਈ ਨਾਲ ਉਹ ਆਰਾਧਨਾ ਕਰ ਸਕੀਏ ਜਿਹੜੇ ਹਾਬਿਲ ਦੀ ਤਰ੍ਹਾਂ ਖੁਦਾਵੰਦ ਉਹ ਭੇਟ ਸਾਡੀ ਤੁਹਾਡੀ ਹਜ਼ੂਰੀ 'ਚ ਕਬੂਲ ਹੋਏ ਖੁਦਾਵੰਦ ਤੁਸੀਂ ਮਹਾਨ ਪਰਮੇਸ਼ਵਰ ਸਾਡੇ ਲੁਕਣ ਦੀ ਥਾਂ ਉਹ ਸਾਡੇ ਚੁੱਕਣ ਦੀ ਥਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ ਸਾਰਿਆਂ ਨੂੰ ਆਪਣੀ ਹਜ਼ੂਰੀ ਬਖਸ਼ੀ ਹੈ ਤੁਹਾਡਾ ਉਸ ਦੇ ਲਈ ਧੰਨਵਾਦ ਕਰਦੇ ਹਾਂ ਫਾਦਰ ਮਿੰਨਤ ਕਰਦੇ ਹਾਂ ਇਸ ਹਜ਼ੂਰੀ ਵਿੱਚ ਹਮੇਸ਼ਾ ਸਾਨੂੰ ਛਿਪਾ ਕੇ ਰੱਖਣਾ ਕਿਉਂਕਿ ਤੁਹਾਡੀ ਹਜ਼ੂਰੀ ਹੈ ਲਾਰਡ ਜੀਸਸ ਜੋ ਸਾਡੇ ਪਾਪ ਜੋ ਸਾਨੂੰ ਨੇਕਡ ਕਰਦਾ ਨੰਗਿਆ ਕਰਦਾ ਸਾਰਿਆਂ ਦੇ ਅੱਗੇ ਖੁਦਾਵੰਦ ਲੇਕਿਨ ਤੁਹਾਡੀ ਗਲੋਰੀ ਹੈ ਤੁਹਾਡੀ ਹਜ਼ੂਰੀ ਹੈ ਜੋ ਸਾਡੇ ਉਸ ਤੋਂ ਨੰਗੇਪਨ ਨੂੰ ਛਿਪਾਉਂਦੀ ਹੈ ਖੁਦਾਵੰਦ तो सब की मदद करना सहायता करना कि ਅਸੀਂ ऐसे काम करिए लॉर्ड कि ਤੁਹਾਡੀ ਹਜ਼ੂਰੀ ਦੇ ਵਿੱਚ ਛਿਪੇ ਰਹੀਏ ਮੇਰੇ ਖੁਦਾਵੰਦ ਆਪਣੇ ਮਾਰਗਾਂ ਤੇ ਸਾਡੇ ਪੈਰਾਂ ਨੂੰ ਫੇਰ ਕਰਨਾ ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਦੇ ਨਾਮ ਨਾਲ ਆਮੀਨ ਆਪਾਂ ਜੀ ਜ਼ਬੂਰ 86 द वर्शिप सॉन्ग च करांगे सहायता के लिए प्रार्थना देखो परमेश्वर किस तरह साडियां प्रार्थनावां ਨੂੰ ਸੁਣਦੇ ਆ ਇਹਦੇ ਵਿੱਚੋਂ ਆਪਾਂ ਉਹ ਸਿੱਖਾਂਗੇ संकट के समय यहोवा मैंने तुझे पुकारा संकट के समय यहोवा मैंने तुझे पुकारा मैंने तुझे पुकारा यहोवा मैंने तुझे पुकारा मेरी दुआ की
के तुल्य कोई कुछ कर सकता नहीं। संकट के समय यहोवा मैंने तुझे पुकारा। संकट के समय यहोवा मैंने तुझे पुकारा। मैं दीन दरिद्र यहोवा तेरा ही भगत हूँ। मैं दीन दरिद्र यहोवा तेरा ही भगत हूँ। रक्षा कर तू प्राणों की, मैं तेरा दास हूँ। संकट के समय यहोवा मैंने तुझे पुकारा। संकट के समय यहोवा मैंने तुझे पुकारा। अनुग्रह मुझ पर कर, मैं हर पल तुझको ही पुकारूं। अनुग्रह मुझ पर कर, मैं हर पल तुझको ही पुकारूं। कर उद्धार तू मेरा भरोसा तुझ पर ही करूं। संकट के समय यहोवा मैंने तुझे पुकारा। संकट के समय यहोवा मैंने तुझे पुकारा। मन मेरा यहोवा तू अपनी ओर कर। मन मेरा यहोवा तू अपनी ओर कर। अपने दास के मन को यहोवा आनंदित तू कर। संकट के समय यहोवा मैंने तुझे पुकारा। संकट के समय यहोवा मैंने तुझे पुकारा। परमेश्वर यहोवा क्षमा करने वाला तू। परमेश्वर यहोवा क्षमा करने वाला तू। तुझको जो पुकारे अति करुणामय है तू। संकट के समय यहोवा मैंने तुझे पुकारा। संकट के समय यहोवा मैंने तुझे पुकारा। अपना मार्ग दिखा, सच की राह पे चला। अपना मार्ग दिखा, सच की राह पे चला। एक चित मुझको बना, डर भी अपना तू सिखला। संकट के समय यहोवा मैंने तुझे पुकारा। संकट के समय यहोवा मैंने तुझे पुकारा। पूरे मन से तेरा ही मैं धन्यवाद करूं। पूरे मन से तेरा ही मैं धन्यवाद करूं। महिमा तेरी यहोवा हर दिन और मैं रात करूं। महिमा तेरी यहोवा हर दिन और मैं रात करूं। संकट के समय यहोवा मैंने तुझे पुकारा। संकट के समय यहोवा मैंने तुझे पुकारा। करुणा से तूने अपनी घेर लिया है। करुणा से तूने अपनी घेर लिया है। अधोलोक की दया से मुझको बचा लिया है। अधोलोक की दया से मुझको बचा लिया है। संकट के समय यहोवा मैंने तुझे पुकारा। संकट के समय यहोवा मैंने तुझे पुकारा। उपद्रवियों का झुंड मेरे प्राण का खोजी है। उपद्रवियों का झुंड मेरे प्राण का खोजी है। अनुग्रहकारी परमेश्वर ने अनुग्रह किया है। अनुग्रहकारी परमेश्वर ने अनुग्रह किया है। संकट के समय यहोवा मैंने तुझे पुकारा। संकट के समय यहोवा
अपनी भलाई का यहोवा चिन्ह दिया है, अपनी भलाई का यहोवा चिन्ह दिया है, अपनी सहायता से शांति का ये गीत दिया है, अपनी सहायता से शांति का ये गीत दिया है, अपनी सहायता से विजय का ये गीत दिया है, अपनी सहायता से विजय का ये गीत दिया है। संकट के समय यहोवा मैंने तुझे पुकारा, मेरी दुआ की ओर यहोवा ने कान बढ़ाया, गिड़गिड़ाने की ओर यहोवा ने ध्यान लगाया। संकट के समय यहोवा मैंने तुझे पुकारा, मैंने तुझे पुकारा यहोवा मैंने तुझे पुकारा। पहले जो शिक्षा वचन से कोप करने वाला करुणामय हुआ शक्ति मुझको दी और उद्धार किया। पर इस पे विश्वास कर दिया कि परमेश्वर ने इस टाइम से अपने से दया की है, फिर तो अपने खुजूरी च लेके गया। तज मैं बोला जरा नेक्स्ट कर रही हूँ। हर उस दुखी इंसान वालों ਆਪਾਂ ਇਕੱਠੇ ਮਿਲ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵੀ ਵਿਲ ਕ੍ਰਾਈ ਆਊਟ ਅਨਟੂ ਦ ਲਾਰਡ ਕਿ ਜਿਸ ਵੀ ਮੁਸ਼ਕਿਲ 'ਚ ਕੋਈ ਵੀ ਹੈਗਾ ਅਸੀਂ ਦਿਲੋਂ ਦੁਹਾਈ ਦਿਆਂਗੇ, ਪਰਮੇਸ਼ਵਰ ਜ਼ਰੂਰ ਸੁਣਨਗੇ, ਕਿਉਂਕਿ ਅਸੀਂ ਵਚਨ 'ਚ ਇੱਥੇ ਪਰਮੇਸ਼ਵਰ ਨੇ ਸਿਖਾਇਆ ਕਿ ਕਰੁਣਾਮਈ ਪਰਮੇਸ਼ਵਰ ਹੋਏ, ਉਹਨਾਂ ਨੇ ਆਪਣਾ ਉद्धार ਕੀਤਾ ਹੈਗਾ। ਆਓ ਇਕੱਠੇ ਜਾਂਦੇ ਹਾਂ। ਹਰ ਇੱਕ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਹੈ, ਉਸ ਪਰੇਸ਼ਾਨੀ 'ਚੋਂ ਨਿਕਾਲਣ ਵਾਸਤੇ ਇੱਕੋ ਸਾਡੇ ਕੋਲ ਰਸਤਾ ਕਿ ਸਾਡੇ ਗਿੜਗਿੜਾਣੇ ਨੂੰ ਸੁਣਦੇ ਆ ਪਰਮੇਸ਼ਵਰ।
झुकाती हूँ मैं, सर को झुकाती यहोवा, सर को झुकाती हूँ। खुद को मैं तुझको सौंप के तेरे पास आती हूँ, खुद को मैं तुझको सौंप के तेरे पास आती यहोवा, तेरे पास आती हूँ, तेरे पास आती यहोवा, तेरे पास मैं आती हूँ। मेरी पनाह है तू, मेरा छुड़ाने वाला, मेरी पनाह है तू, मेरा छुड़ाने वाला। हालेलुया, 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 हालेलुया। धन्य धन्य यहोवा तू, धन्य यहोवा, धन्य धन्य यहोवा तू, धन्य यहोवा। मेरे यहोवा हर पल तू मेरे साथ है, मेरे यहोवा हर पल तू मेरे साथ है। मेरी ये बिगड़ी हालत, मेरी ये बिगड़ी हालत तेरे ही हाथ है, मेरे यहोवा हर पल तू मेरे साथ है। दुख दर्द को तू ही जाने, जख्म भी तू पहचाने, दुख दर्द को तू ही जाने, जख्मों को तू पहचाने, जख्म भी तू पहचाने यहोवा, जख्म भी तू पहचाने। हाथ खड़ा फैलाए हमको गले लगाने, हाथ खड़ा फैलाए हमको गले लगाने, हमको गले लगाने यहोवा, हमको गले लगाने। धर्म को मानने वाले को तू ही बचाता है, धर्म को मानने वाले को तू ही बचाता है। हालेलुया, 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 हालेलुया। धन्य धन्य यहोवा तू, धन्य यहोवा, धन्य धन्य यहोवा तू, धन्य यहोवा, धन्य धन्य यहोवा तू, धन्य यहोवा। मेरी यहोवा हर पल तू मेरे साथ है, मेरे यहोवा हर पल तू मेरे साथ है। मेरी ये बिगड़ी हालत तेरे ही हाथ है, मेरे यहोवा हर पल तू मेरे साथ है, मेरे यहोवा हर पल तू मेरे साथ है, तू मेरे साथ है, तू मेरे साथ है, मेरे यहोवा हर पल तू मेरे साथ है। थैंक यू फादर। प्रभु यीशु मसीह नाम का नाम है। हे पिता परमेश्वर, दिलों दुहाई सुनी तुसी जरूर सुनदे खुदावन, थोड़े बच्चे चूस के खुदावन इस टाइम ते फादर ਅਸੀਂ ਸਭ ਨੇ ਮਿਲ ਕੇ ਆਪਣੀ ਆਪਣੀ ਅਰਜ਼ੋਈ ਖੁਦਾਵੰ ਇਕੱਠੇ ਹੋ ਕੇ ਇੱਕ ਸੁਰ ਇੱਕ ਤਾਲ ਵਿੱਚ ਫਾਦਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਖੁਦਾਵੰ। ਇਸ ਭੇਟ ਨੂੰ ਸਵੀਕਾਰ ਕਰਨਾ ਖੁਦਾਵੰ, ਜਿਹੜੇ ਜਿਹੜੇ ਵੀ ਇਸ ਟਾਈਮ ਤੇ ਜਿਸ ਜਿਸ ਦੁੱਖ 'ਚ ਵੀ ਆਇਆ ਖੁਦਾਵੰ, ਤੁਸੀਂ ਉਹ ਫਿਰ ਫਾਦਰ हर चीज में जानते, तुसी वचन च लिखा कि धर्म को मानने वाले को तू बचाता है खुदावन, और साडा धर्म है प्रभु यीशु मसीह जी तुसी हो ते तुसी साडा बचाओ। तुहाडा धन्नवाद करदे हां खुदावन इस अरज़ोई नूं सुनन वास्ते और सारिਆਂ ਨੂੰ अपनी शांति देने वास्ते। फादर जो आज वचन भेजा साडी सब दी मदद करना, सहायता करना कि इस वचन नूं ग्रहण करके साडियां जिंदगियां बदलन खुदावन। तुहाडा वचन जिहड़ा तुहाडे मूँह चों निकलिया वचन कदी खाली वापस नहीं जांदा खुदावन। जिस परपस से ले आया खुदावन वो परपस कर पूरा करके तुहाडे कोल महिमा करदा होए लौटे खुदावन।
यही तो दुआ प्रार्थना करते हैं। थैंक यू फादर, इन जीसस नेम, आमेन। ਆਮੇਨ ਆਮੇਨ। ਪ੍ਰੇਜ਼ ਦੀ ਲਾਰਡ। ਇੱਕ ਵਾਰੀ ਸਾਰਿਆਂ ਨੂੰ ਫੇਰ ਜੈ ਮਸੀਹ ਦੀ। ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਦੀ ਸਵਾਗਤ ਕਰਦੇ ਹਾਂ। ਅਸੀਂ ਪਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਪਰਮੇਸ਼ਵਰ ਨੇ ਸਾਨੂੰ ਇਸ ਯੋਗ ਸਮਝਿਆ ਕਿ ਅਸੀਂ ਪਰਮੇਸ਼ਵਰ ਦੇ ਵਚਨ ਤੁਹਾਡੇ ਨਾਲ ਸ਼ੇਅਰ ਕਰ ਸਕੀਏ, ਸਾਂਝਾ ਕਰ ਸਕੀਏ। ਅਸੀਂ ਰੋਜ਼ ਤੁਹਾਡੇ ਸਾਹਮਣੇ ਟੋਰਾਂਟੋ ਤੋਂ 12 ਵਜੇ ਤੋਂ ਲੈ ਕੇ 12:30 ਪੌਣੇ 1 ਵਜੇ ਤੱਕ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ ਤਾਂ ਕਿ ਪਰਮੇਸ਼ਵਰ ਦੇ ਵਚਨ ਦੀ ਗਹਿਰਾਈਆਂ ਨੂੰ ਆਪਾਂ ਸਮਝ ਸਕੀਏ। ਪਰਮੇਸ਼ਵਰ ਸਾਡੇ ਕੋਲੋਂ ਕੀ ਚਾਹੁੰਦੇ ਨੇ ਉਸ ਬਾਰੇ ਸਮਝ ਸਕੀਏ, ਸਾਰੇ ਮਿਲ ਜੁਲ ਕੇ ਇੱਕ ਦੂਜੇ ਕੋਲੋਂ। ਸਾਰਿਆਂ ਨੂੰ ਮੈਂ ਪ੍ਰਾਰਥਨਾ ਬੜੀ ਵਾਰੀ ਕੀਤੀ ਹੈ ਕਿ ਤੁਹਾਡਾ ਜੇ ਕੋਈ ਸੁਝਾਅ ਹੋਵੇ ਜਾਂ ਤੁਹਾਡਾ ਕੋਈ ਪ੍ਰੇਅਰ ਰਿਕੁਐਸਟ ਹੋਵੇ ਜਾਂ ਹੋਰ ਵੀ ਤੁਸੀਂ ਕੋਈ ਗੱਲ ਸਾਡੇ ਨਾਲ ਕਰਨਾ ਚਾਹੋ ਤੇ ਸਾਡੇ ਨਾਲ ਤੁਸੀਂ ਫੇਸਬੁੱਕ ਤੇ ਮੈਸੇਜ ਦੇ ਕੇ ਕਰ ਸਕਦੇ ਹੈਗੇ ਹੋ। ਜਿਵੇਂ ਅਸੀਂ ਕੱਲ ਦੇਖਿਆ ਸੀ, ਅਸੀਂ ਵਿਸ਼ਵਾਸ ਦੇ ਬਾਰੇ ਗੱਲ ਕੀਤੀ ਸੀ ਕਿ ਪਰਮੇਸ਼ਵਰ ਦੇ ਵਚਨ ਵਿੱਚ ਹੀਬਰੂ 11 ਖੋਲੋ। ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ ਦਾ ਕੀ ਮਤਲਬ ਹੈ? ਆਪਾਂ ਨੂੰ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਅਸੀਂ ਵਿਸ਼ਵਾਸ ਕਿਵੇਂ ਕਰਨਾ ਹੈ? ਪੜ੍ਹ ਦਿਓ पहला। अब विश्वास आशा की हुई वस्तुओं का निश्चय और अनदेखी वस्तुओं का प्रमाण है। अब विश्वास जो है आशा की हुई वस्तुओं का और अनदेखी चीजों का प्रमाण है। मतलब कि ਅਸੀਂ ਜਦੋਂ ਪਰਮੇਸ਼ਵਰ ਦੇ ਹਜ਼ੂਰ ਜਾਂਦੇ ਆ, ਅਸੀਂ ਵਿਸ਼ਵਾਸ ਕਰਨੇ ਆ ਕਿ ਪਰਮੇਸ਼ਵਰ ਹੈਗੇ ਨੇ, ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣਦੇ ਨੇ। ਅਸੀਂ ਪਰਮੇਸ਼ਵਰ ਨੂੰ ਦੇਖ ਨਹੀਂ ਸਕਦੇ ਪਰ ਅਸੀਂ ਵਿਸ਼ਵਾਸ ਕਰਦੇ ਆ। ਕਿਉਂ? ਕਿਉਂਕਿ ਸਾਡਾ ਕੋਲ ਜਿਹੜੇ ਤਾਂ ਪਰਮੇਸ਼ਵਰ ਨੇ ਸਾਰਿਆਂ ਨੂੰ ਬਹੁਤ ਸਾਰੀ ਗਵਾਹੀਆਂ ਦਿੱਤੀਆਂ ਨੇ। ਬੜੇ ਤਰੀਕੇ ਨਾਲ ਪਰਮੇਸ਼ਵਰ ਜਿਹੜਾ ਹੈਗਾ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਹੈਗੇ ਨੇ। ਉਹ ਸਾਡੇ ਇਸ ਦੁਨਿਆਵੀ ਕੰਨਾਂ ਨਾਲ ਨਹੀਂ ਗੱਲ ਕਰਦੇ ਪਰ ਸਾਡੇ ਦਿਲ ਦੀ ਅੱਖਾਂ ਨਾਲ ਗੱਲ ਕਰਦੇ ਨੇ। ਬਹੁਤ ਵਾਰੀ ਪਰਮੇਸ਼ਵਰ ਨੇ, ਜਿਵੇਂ ਮੈਂ ਆਪਣੀ ਵੀ ਗਵਾਹੀ ਦਿੱਤੀ ਸੀ ਅੱਜ ਤੋਂ ਕੋਈ 4 ਮਹੀਨੇ ਪਹਿਲੇ, ਕਿ ਪਰਮੇਸ਼ਵਰ ਨੇ ਕਿਵੇਂ ਜਦੋਂ ਕਿ ਮੇਰੀ ਹਿਪ ਰਿਪਲੇਸਮੈਂਟ ਦਾ ਡਾਕਟਰ ਦਾ ਸਰਜਰੀ ਦਾ ਡਿਊ ਸੀਗਾ ਪਰ ਪਰਮੇਸ਼ਵਰ ਨੇ ਉਹਦੇ ਬਿਨਾਂ ਹੀ ਚੰਗਿਆਈ ਦੇਤੀ। ਇਸ ਤਰ੍ਹਾਂ ਪਰਮੇਸ਼ਵਰ ਬਹੁਤ ਸਾਰੇ ਹਰ ਕਿਸੇ ਦੇ ਜੀਵਨ ਵਿੱਚ ਜਿਹੜੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਬੱਚੇ ਹੈਗੇ ਨੇ ਉਹਨਾਂ ਦੇ ਜੀਵਨ ਵਿੱਚ ਵੱਡੇ ਵੱਡੇ ਕੰਮ ਕਰਦੇ ਨੇ। ਕਈਆਂ ਦੇ ਨੂੰ ਮੰਨ ਲਓ ਕੋਈ ਪਰਿਵਾਰਿਕ ਪਰੇਸ਼ਾਨੀ ਹੈ, ਬੱਚਿਆਂ ਦੀ ਪਰੇਸ਼ਾਨੀ ਹੈ, ਪਰੇਸ਼ਾਨੀਆਂ 1000 ਤਰ੍ਹਾਂ ਦੀਆਂ ਹੁੰਦੀਆਂ ਨੇ ਪਰ ਪਰਮੇਸ਼ਵਰ ਜਵਾਬ ਦੇਣ ਵਾਲਾ ਇੱਕੋ ਵਾਹਿਦ ਪਰਮੇਸ਼ਵਰ ਹੈ। ਤੇ ਆਪਾਂ ਕੱਲ ਇਹ ਵੀ ਦੇਖਿਆ ਸੀ 11:6 ਚ, ਇਬਰਾਨੀਆਂ 11:6 ਚ, ਕਿ ਪਰਮੇਸ਼ਵਰ ਆਪਣੇ ਤਾਲਿਬਾਂ ਨੂੰ, ਆਪਣੇ ਪ੍ਰੇਮ ਕਰਨ ਵਾਲਿਆਂ ਨੂੰ ਰਿਵਾਰਡ ਦਿੰਦਾ ਹੈ, ਉਹਨਾਂ ਦੀ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਅਸੀਂ ਉਸ ਅਦਭੁਤ ਪਰਮੇਸ਼ਵਰ ਦੀ ਗੱਲਾਂ ਕਰਦੇ ਹਾਂ। ਹੁਣ ਜਿਹੜਾ ਸਾਡਾ ਪਿਤਾ ਪਰਮੇਸ਼ਵਰ ਹੈਗੇ ਨੇ ਉਹ ਕੀ ਹੈ? ਸੁਪਰ ਨੈਚੁਰਲ ਨੇ। ਉਹ ਕੀ ਹੈ? ਪਰਮੇਸ਼ਵਰ ਦਾ ਵਚਨ ਕਹਿੰਦਾ ਇੱਕ ਜਗ੍ਹਾ ਤੇ ਉਹ ਅਜਾਇਬ ਕੰਮ ਕਰਦੇ ਨੇ। ਤੁਸੀਂ ਖੋਲੋ ਇਹਨਾਂ ਮੀਟਾਂ ਸਾਮ 145 2 ਤੋਂ 4 ਪੜਾਂਗੇ। ਸਾਡਾ ਜਿਹੜਾ ਪਰਮੇਸ਼ਵਰ ਨੇ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ, ਜ਼ਿੰਦਾ ਪਰਮੇਸ਼ਵਰ ਨੇ, ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਨੇ। ਦੇਖੋ ਪਰਮੇਸ਼ਵਰ ਦਾ ਵਚਨ ਵਿੱਚ ਦਾਊਦ ਕੀ ਲਿਖਦਾ ਹੈ? ਸਾਮ 145 2 ਤੋਂ 4 ਇੱਕ ਇੱਕ करके पढ़ाएंगे। वर्ष 2। हाँ। प्रतिदिन मैं तुझको धन्य कहा करूंगा और तेरे नाम की स्तुति सदा सुनता करता। अब थे वो कह रहे हैं कि प्रतिदिन परमेश्वर मैं तेरे को धन्य कहा करूंगा। नेक्स्ट किएगा सेकंड पार्ट। यहोवा महान और अति स्तुति के योग्य है। यहोवा महान। Why he is saying this? He has experienced God first hand. ਉਹਨੇ ਪਰਮੇਸ਼ਵਰ ਦਾ ਖੁਦ ਫਸਟ ਹੈਂਡ ਤਜਰਬਾ ਕੀਤਾ ਹੈ ਤੇ ਦੱਸਦਾ ਹੈ ਕਿ ਪਰਮੇਸ਼ਵਰ ਦੀਆਂ ਕਿਆ ਬਾਤਾਂ ਨੇ, ਕਿਆ ਗੱਲਾਂ ਨੇ, ਕਿਆ ਪਰਮੇਸ਼ਵਰ ਦਾ ਸੁਭਾਅ ਹੈਗਾ, ਕਿਵੇਂ ਪਰਮੇਸ਼ਵਰ ਸਾਡੇ ਤੇ ਦਇਆ ਕਰਦਾ ਹੈਗਾ। ਉਹਨਾਂ ਦੀ ਦਇਆ ਦੇ ਵਸੀਲੇ ਅਸੀਂ ਉਹਨਾਂ ਦੇ ਕੋਲ ਜਾ ਸਕਦੇ ਹੈਗੇ ਆ। ਉਹਨਾਂ ਦੀ ਦਇਆ ਦੇ ਵਸੀਲੇ ਸਾਡਾ ਤੇ ਉਹਨਾਂ ਦਾ ਰਿਸ਼ਤਾ ਕਾਇਮ ਹੁੰਦਾ ਹੈਗਾ। ਉਹਨਾਂ ਦੀ ਦਇਆ ਦੇ ਵਸੀਲੇ ਅੱਜ ਤੁਸੀਂ ਤੇ ਮੈਂ ਜ਼ਿੰਦਾ ਹੈਗੇ ਆ। ਹਾਂਜੀ। और उसकी बढ़ाई अगम है। तेरे कामों की प्रशंसा और तेरे पराक्रम के कामों का वर्णन पीढ़ी पीढ़ी होता चला जाएगा।
मैं ਇਹਦੇ ਚ ਇੱਕ ਅੱਧਾ ਵਰਡ ਤੁਹਾਨੂੰ ਇੰਗਲਿਸ਼ ਪੜ੍ਹ ਦੇਣਾ, ਬਿਕੋਜ਼ ਇੰਗਲਿਸ਼ ਥੋੜਾ अच्छा अपना व्याख्यान करता है, हिंदी भी बहुत अच्छी हैगी है। जिवें मैं हुणे गल कीती कि अवर गॉड इज अ सुपरनैचुरल गॉड, कहंदा है एवरी डे आई विल ब्लेस यू, आई विल प्रेज योर नेम फॉर एवर एंड एवर, ग्रेट इज द गॉड एंड ग्रेटली टू बी प्रेज्ड एंड हिज ग्रेटनेस इज अनसर्चेबल। ਉਹ ਕਹਿੰਦਾ ਮੈਂ ਹਰ ਰੋਜ਼ ਤੇਰੀ ਜੈ ਜੈਕਾਰ ਕਰਾਂਗਾ। ਕਿਉਂ? ਕਿ ਤੇਰੀ ਮਹਾਨਤਾ ਇੰਨੀ ਹੈ ਕਿ ਜਿਹੜੀ ਮੈਂ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦਾ। ਤੇਰੀ ਦਇਆ ਮੇਰੇ ਤੇ ਇੰਨੀ ਹੈ ਕਿ ਮੈਂ ਉਹਨੂੰ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦਾ। ਅਸੀਂ ਉਹ ਜ਼ਿੰਦਾ ਪਰਮੇਸ਼ਵਰ ਦਾ ਤੁਹਾਡੇ ਤੱਕ ਪ੍ਰਚਾਰ ਲੈ ਕੇ ਆਉਂਦੇ ਹਾਂ, ਜਿਹਨੇ ਧਰਤੀ ਆਕਾਸ਼ ਤੇ ਸਭ ਕੁਝ ਬਣਾਇਆ, ਜਿਹੜਾ ਹਰ ਚੀਜ਼ ਨੂੰ ਅੱਜ ਵੀ ਸੰਭਾਲਦਾ ਹੈ। ਕਿਉਂ? क्योंकि उन्हें वादा किया साढ़े नाल, प्रॉमिस किया उन्हें साढ़े नाल कि मैं तुझे कभी ना छोड़ूंगा ना कभी त्यागूंगा। से आवर गॉड इज द सेम यस्टरडे टुडे एंड फॉरएवर। ਅਸੀਂ ਪੁਰਾਣਾ ਨਿਯਮ ਵਿੱਚੋਂ ਵੀ ਤੁਹਾਨੂੰ ਆਪਣਾ ਪਰਮੇਸ਼ਰ ਦਾ ਵਚਨ ਸਾਂਝਾ ਕਰਨੇ ਆ, ਨਵੇਂ ਨਿਯਮ ਵਿੱਚੋਂ ਸਾਂਝਾ ਕਰਨੇ ਆ। ਕਿਉਂ? ਸਭ ਤੋਂ ਵੱਡੀ ਖਾਸੀਅਤ ਇੱਕੋ ਹੈ, ਬਾਈਬਲ ਐਸੀ ਆਪਣਾ ਹੈਗੀ ਹੈ ਪਰਮੇਸ਼ਰ ਦਾ ਵਚਨ, ਜਿੰਦੇ ਵਿੱਚ ਜਿਹੜੀ 4500 ਸਾਲਾਂ ਵਿੱਚ ਲਿਖੀ ਗਈ, ਅਲੱਗ-ਅਲੱਗ ਲੋਕਾਂ ਨੇ ਲਿਖੀ, ਪਰ ਫਿਰ ਵੀ ਕੀ ਹੈਗਾ, ਜੈਨੇਸਿਸ ਟੂ ਰੈਵਲੇਸ਼ਨ। ਜੈਨੇਸਿਸ ਦਾ ਨਵੇਂ ਪੁਰਾਣੇ ਨਿਯਮ ਦੀ ਪਹਿਲੀ ਪੁਸਤਕ ਹੈਗੀ ਹੈ, ਤੇ ਰੈਵਲੇਸ਼ਨ ਨਵੇਂ ਨਿਯਮ ਦੀ ਅਖੀਰੀ ਪੁਸਤਕ ਹੈ। ਹਰ ਜਗ੍ਹਾ ਕਿਧਰੇ ਵੀ ਕੰਟਰੋਵਰਸੀ ਨਹੀਂ ਹੈ, ਕਿਧਰੇ ਇੱਕ ਜਗ੍ਹਾ ਤੋਂ ਕੋਈ ਹੋਰ ਚੀਜ਼ ਆ ਦੂਸਰੀ ਜਗ੍ਹਾ ਤੇ ਹੋਰ ਚੀਜ਼ ਨਹੀਂ ਲਿਖੀ। ਸਾਰੇ ਪੂਰਾ ਦਾ ਪੂਰਾ ਜਿਹੜਾ ਪਰਮੇਸ਼ਰ ਦਾ ਵਚਨ ਹੈਗਾ ਉਹ ਮਹਿਮਾ ਵਾਸਤੇ ਹੈਗਾ, ਉਹ ਪਰਮੇਸ਼ਰ ਨੂੰ ਜਲਾਲ ਦੇਣ ਵਾਸਤੇ ਹੈਗਾ। ਕਿਉਂ? ਕਿਉਂਕਿ ਉਹ ਐਸ ਯੋਗੇ ਪਰਮੇਸ਼ਵਰ ਨੇ। ਤੇ ਜਿਵੇਂ ਅਸੀਂ ਕੱਲ ਵਿਸ਼ਵਾਸ ਦੀ ਗੱਲ ਕੀਤੀ ਸੀ, ਕੱਲ 21 ਤਰੀਕ ਸੀਗੀ, ਤੁਸੀਂ ਜੇ ਕਿਸੇ ਨੇ ਨਹੀਂ ਦੇਖਿਆ ਤੇ ਕੱਲ ਦੀ ਆਪਣਾ ਵੀਡੀਓ ਦੇਖ ਸਕਦੇ ਨੇ। ਅੱਜ ਅਸੀਂ ਦੋ ਐਸੇ ਲੋਕਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਜਿਨ੍ਹਾਂ ਬਾਰੇ ਖਾਸ ਗੱਲ ਕੀਤੀ ਗਈ ਹੈ। ਹੁਣ ਖਾਸ ਗੱਲ ਕੀ ਹੈਗੀ ਹੈ? ਅਸੀਂ ਇਸ ਟਾਈਮ ਕਿਹੜਾ ਟੌਪਿਕ ਲੈ ਕੇ ਚੱਲ ਰਹੇ ਹਾਂ? ਵਿਸ਼ਵਾਸ ਦੀ, ਫੇਥ ਦੀ। ਉਹਨਾਂ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਕੀ ਸੀਗੇ? ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਲੋਕ ਸੀਗੇ, ਪਰਮੇਸ਼ਵਰ ਦੇ ਆਗਿਆਕਾਰੀ ਲੋਕ ਸੀਗੇ, ਉਹਦੇ ਹੁਕਮਾਂ ਨਾਲ ਚੱਲਦੇ ਸੀ। ਉਹਨਾਂ ਨੇ ਜੀਵਨ ਪਰਮੇਸ਼ਵਰ ਦੇ ਨਾਲ ਚੱਲਣ ਵਿੱਚ ਆਪਣਾ ਗੁਜ਼ਾਰਤਾ। ਇੰਨੀ ਸਾਰੀ ਚੀਜ਼ਾਂ ਹੈਗੀਆਂ ਨੇ ਪਰਮੇਸ਼ਵਰ ਦੇ ਵਚਨ ਵਿੱਚ ਦੋ ਬੰਦਿਆਂ ਦੇ ਬਾਰੇ ਕਿ ਆਪਾਂ ਬਹੁਤ ਕੁਝ ਗੱਲਾਂ ਕਰ ਸਕਦੇ ਹਾਂ, ਪਰ ਆਪਾਂ ਸਮੇਂ ਦੇ ਅਭਾਵ ਕਰਕੇ ਅੱਜ ਦੋ ਬੰਦਿਆਂ ਦੀ ਗੱਲਾਂ ਕਰਾਂਗੇ, ਕੱਲ ਫਿਰ ਦੋ ਹੋਰ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਦੋਨੋਂ ਨਿਯਮ ਵਿੱਚ, ਪੁਰਾਣੇ ਨਿਯਮ ਵਿੱਚ, ਨਵੇਂ ਨਿਯਮ ਵਿੱਚ, ਦੋਨਾਂ ਦੇ ਬਾਰੇ ਜਿੰਦਾ ਹੀ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਉਹ ਕਿਵੇਂ ਸੀਗੇ। ਆਪਾਂ ਸਭ ਤੋਂ ਪਹਿਲੇ ਈਨਕ ਦੇ ਬਾਰੇ ਗੱਲ ਕਰਾਂਗੇ। ਉਹਦੇ ਵਾਸਤੇ ਆਪਾਂ ਜਾਵਾਂਗੇ ਜੈਨੇਸਿਸ 5:23 ਤੇ 24। ਹੁਣ ਈਨਕ ਜਿਹੜਾ ਸੀਗਾ ਉਹ ਆਦਮ ਤੋਂ 10ਵੀਂ ਪੁਸ਼ਤ ਸੀਗਾ, ਤੇ ਪਰਮੇਸ਼ਰ ਦੇ ਬਾਰੇ ਕੀ ਕਹਿੰਦਾ, ਉਹਦੇ ਟੋਟਲ ਜਿਹੜੀ ਉਮਰ ਸੀਗੀ ਉਹ 365 ਸਾਲ ਸੀ। ਤੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆਪਾਂ ਦੇਖਾਂਗੇ ਜੈਨੇਸਿਸ 5:23। इस प्रकार हनोक की कुल आयु 365 वर्ष की हुई। हनोक परमेश्वर के साथ साथ चलता था, फिर वह लोप हो गया क्योंकि परमेश्वर ने उसे उठा लिया। आमीन। परमेश्वर के साथ साथ चलता था ਤੇ ਪਰਮੇਸ਼ਵਰ ਉਹਨੂੰ ਕੀ ਕੀਤਾ? ਪਰਮੇਸ਼ਵਰ ਨੇ ਉਹਨੂੰ ਮੌਤ ਦੇ ਜਿਹੜਾ ਕਹਿੰਦੇ ਨਾ ਸਟਿੰਕ ਆਫ ਡੈਥ, ਮੌਤ ਦੇ ਡੰਗ ਤੋਂ ਬਚਾਇਆ। ਐਂਡ ਵਾਟ ਹੀ ਡਿਡ, ਹੀ ਟੁਕ ਹਿਮ ਦਾ ਵੇ ਹੀ ਵਾਸ। ਇਹ ਈਨਕ ਦੇ ਨਾਂ ਦੀ ਗਵਾਹੀ ਹੈ ਕਿ ਉਹ 300 ਸਾਲ ਤੱਕ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ, ਪਰਮੇਸ਼ਵਰ ਦੀ ਗੱਲਾਂ ਨੂੰ ਮੰਨਦਾ ਰਿਹਾ, ਪਰਮੇਸ਼ਵਰ ਦੇ ਨਾਲ ਜੁੜਿਆ ਰਿਹਾ। ਇਬਰਾਨੀਆਂ 11:5 ਆਪਾਂ ਦੋਨੋਂ ਜੈਨੇਸਿਸ ਤੇ ਹੀਬਰੂ ਚ ਹੋਵਾਂਗੇ। 11:5 ਕੀ ਕਹਿੰਦਾ ਹੈ? विश्वास ही से हनोक उठा लिया गया कि मृत्यु को ना देखे, और उसका पता नहीं मिला क्योंकि परमेश्वर ने उसे उठा लिया था, और उसके उठाए जाने से पहले उसकी ये गवाही दी गई थी
कि उसने परमेश्वर को प्रसन्न किया है। कहता है उसके उठा लिए जाने से पहले ये गवाही थी उसकी कि उसने परमेश्वर को प्रसन्न किया। ਤੁਸੀਂ ਤੇ ਮੈਂ ਵੀ ਇਹ ਸਾਰੀ ਚੀਜ਼ਾਂ ਅਸੀਂ ਕਿਉਂ ਗੱਲਾਂ ਕਰਦੇ ਹਾਂ ਕਿ ਅਸੀਂ ਇਹਨਾਂ ਤੋਂ ਸਿੱਖ ਸਕੀਏ, ਕਿ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਚੱਲ ਸਕੀਏ। ਤੇ ਅਸੀਂ ਦੇਖਿਆ ਪਹਿਲੀ ਜਿਹੜੀ ਬੁੱਕ ਹੈਗੀ ਜੈਨੇਸਿਸ ਦੀ, ਉਹਦੇ 'ਚ ਜੋ ਕੁਝ ਲਿਖਿਆ, ਜਿਵੇਂ ਕੁਝ ਲਿਖਿਆ ਉਵੇਂ ਹੀ ਇਬਰਾਨੀਆਂ ਹੀ ਬੁੱਕ ਆਫ ਹੀਬਰੂ ਵਿੱਚ ਈਨਕ ਦੇ ਬਾਰੇ ਆਪਾਂ ਦੱਸਿਆ ਗਿਆ ਕਿ ਉਹ 365 ਸਾਲ ਉਹਦੀ ਉਮਰ ਸੀ। 300 ਸਾਲ ਤੱਕ ਉਹ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ ਤੇ ਪਰਮੇਸ਼ਵਰ ਨੇ ਉਹਨੂੰ ਤੇ ਇੰਨਾ ਦਇਆ ਕੀਤੀ ਕਿ ਉਹਨੂੰ ਆਪਣੇ ਨਾਲ ਹੀ ਉਠਾ ਲਿਆ। ਹੁਣ ਇਸੇ ਤਰ੍ਹਾਂ ਦੂਸਰਾ ਜਿਹੜਾ ਆਪਣਾ ਆਪਾਂ ਲਵਾਂਗੇ ਵਿਸ਼ਵਾਸ ਦਾ ਬੰਦਾ, ਜੈਨੇਸਿਸ ਦੁਆਰਾ ਜਾਵਾਂਗੇ, ਉਹ ਹੈਗਾ ਨੋਆ, ਜਿਹਨੂੰ ਹਿੰਦੀ 'ਚ ਆਪਾਂ ਨੂਹ ਕਹਿੰਦੇ ਆ। ਹੁਣ ਨੋਆ ਦੇ ਜੀਵਨ ਵਿੱਚ ਪਰਮੇਸ਼ਵਰ ਨੇ ਬੜੇ ਅਜਾਇਬ ਕੰਮ ਕੀਤੇ, ਇੰਨੇ ਜ਼ਿਆਦਾ ਕੰਮ ਕੀਤੇ ਨੇ ਜਿਨ੍ਹਾਂ ਦਾ ਕਿ ਬਿਆਨ ਕਰਨਾ ਮੁਸ਼ਕਿਲ ਹੈ। ਨੋਆ ਦੇ ਪੈਦਾ ਹੋਣ ਤੋਂ ਪਹਿਲੇ ਪਰਮੇਸ਼ਵਰ ਜਾਣਦੇ ਸੀ ਕਿ ਉਹਨਾਂ ਨੇ ਨੋਆ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਕਿਸ ਤਰ੍ਹਾਂ ਉਹ ਪਰਮੇਸ਼ਵਰ ਦੇ ਨਾਲ ਨਾਲ ਚੱਲੇਗਾ। ਇਸ ਕਰਕੇ ਜੋ ਉਹਦਾ ਨਾਮ ਰੱਖਿਆ ਗਿਆ, ਉਹ ਉਹਨੇ ਜੋ ਕਰਨਾ ਸੀ ਆਪਣਾ 600 ਸਾਲ ਬਾਅਦ, 500 ਸਾਲ ਬਾਅਦ, ਉਹਨੇ ਉਸ ਤਰ੍ਹਾਂ ਹੀ ਕੀਤਾ। पढ़ दो जेनेसिस 5:28-29। जब लेमेक 182 वर्ष का हुआ तब उसे एक पुत्र का जन्म हुआ। उसने ये कहकर उसका नाम नूह रखा, यहोवा ने जो पृथ्वी को शाप दिया है उसके विषय यह लड़का हमारे काम में और उस कठिन परिश्रम में जो हम करते हैं हमको शांति देगा। उनके पहला होने तो पहले उन्होंने की कहता कि He will comfort us in the labor and painful toil of our hands, caused by the ground the Lord has cursed। ਉਹ ਕਹਿੰਦਾ ਉਹ ਜਿਹੜਾ ਜ਼ਮੀਨ ਜਿਹੜਾ ਸਾਡੇ ਪਾਪਾ ਕਰਕੇ ਸ਼ਰਾਪਿਤ ਹੋਏਗੀ, ਉਹਨਾਂ ਤੋਂ ਨੋਆ ਜਿਹੜਾ ਹੈਗਾ, ਉਹਦੇ ਪੈਦਾ ਹੋਣ ਤੇ ਪਰਮੇਸ਼ਰ ਦਾ ਨਾਮ ਉਹਦੇ ਬਾਪ ਕੋਲੋਂ ਉਹਦਾ ਨਾਮ ਨੂਹ ਰਖਵਾਇਆ, ਨੋਆ ਰਖਵਾਇਆ ਕਿ ਇਹ ਸਾਡੇ ਜਿਹੜੇ ਗੁਨਾਹ ਹੈਗੇ ਨੇ ਉਹਨਾਂ ਤੋਂ ਸਾਡੀ ਰੱਖਿਆ ਕਰੇਗਾ। ਕਿਉਂ? ਪਰਮੇਸ਼ਵਰ ਕੀ ਹੈਗਾ? ਹੀ ਇਜ਼ ਆਲ ਨੋਇੰਗ ਗॉड। ਉਹ ਸਭ ਕੁਝ ਜਾਣਨ ਵਾਲੇ ਪਰਮੇਸ਼ਵਰ ਨੇ। ਉਹਨਾਂ ਵਾਸਤੇ ਕੋਈ ਚੀਜ਼ ਵੀ ਨਵੀਂ ਜਾਂ ਅਜੂਬਾ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਵਰ ਕਹੇ ਓਹੋ ਅੱਜ ਪਤਾ ਨਹੀਂ ਆਪਣਾ ਪੈਂਡੈਮਿਕ ਕਿਵੇਂ ਆ ਗਿਆ ਪ੍ਰਿਥਵੀ ਤੇ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਨੋ, ਹੀ ਨੋਜ਼ ਐਵਰੀਥਿੰਗ। ਉਹਦੇ ਪੈਦਾ ਹੋਣ ਦੇ ਟਾਈਮ ਤੇ ਉਹਦਾ ਮਾਂ-ਬਾਪ ਕੋਲੋਂ ਉਹਦਾ ਨਾਮ ਰਖਵਾਇਆ ਗਿਆ। ਕਿਉਂ? ਕਿਉਂਕਿ ਪਰਮੇਸ਼ਵਰ ਨੂੰ ਪਤਾ ਸੀ ਕਿ ਇਹ ਮੇਰੇ ਨਾਲ ਚੱਲੇਗਾ ਤੇ ਮੈਂ ਇਹਦੇ ਜ਼ਰੀਏ ਵੱਡੇ ਵੱਡੇ ਕੰਮ ਕਰਾਵਾਂਗਾ। ਫਿਰ ਆਪਾਂ ਦੇਖਦੇ ਆ ਕਿ ਜਿਹੜਾ ਉਸ ਸਮੇਂ ਦੇ ਹਾਲਾਤ ਸੀਗੇ, ਜਿਹੜੇ ਅੱਜ ਕੱਲ੍ਹ ਦੇ ਹਾਲਾਤ ਨੇ, ਐਗਜ਼ੈਕਟਲੀ ਉਹ ਹਾਲਾਤ ਉਸ ਸਮੇਂ ਸੀਗੇ। ਜਿਵੇਂ ਅੱਜ ਕੱਲ੍ਹ ਗੁਨਾਹ ਵਧਿਆ, ਸਿਨ ਵਧਿਆ, ਸੈਕਸ ਵਧਿਆ, ਡਰੱਗਸ ਵਧੀਆਂ ਨੇ, ਲੋਕੀ ਪਰਮੇਸ਼ਵਰ ਤੋਂ ਦੂਰ ਹੁੰਦੇ ਜਾ ਰਹੇ ਨੇ। ਹਰ ਚੀਜ਼ ਲੋਕੀ ਸੁਣਨ ਨੂੰ ਤਿਆਰ ਨੇ, ਪਰਮੇਸ਼ਵਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਸ ਟਾਈਮ ਵੀ ਬਿਲਕੁਲ ਇਸ ਤਰ੍ਹਾਂ ਹੀ ਸੀਗਾ। ਪੜ੍ਹ ਦਿਓ ਪਲੀਜ਼ 5:6-5 सॉरी 6:5। यहोवा ने देखा कि मनुष्यों की बुराई पृथ्वी पर बढ़ गई है। यहोवा ने देखा कि मनुष्यों की बुराई पृथ्वी पर बढ़ गई है और उसके मन के विचार में जो कुछ उत्पन्न होता है वह निरंतर बुरा ही होता है। ਉਹ ਕਹਿੰਦਾ ਰੱਬ ਨੂੰ ਪਤਾ ਹੈ ਕਿ ਤੁਸੀਂ ਤੇ ਮੈਂ ਕੀ ਸੋਚਦੇ ਆ। ਉਵੇਂ ਰੱਬ ਨੂੰ ਨੂਹ ਦੇ ਟਾਈਮ ਤੇ ਵੀ ਪਤਾ ਸੀ ਕਿ ਲੋਕਾਂ ਦੇ ਦਿਲ ਵਿੱਚ ਕੀ ਹੈਗਾ। ਉਹ ਕਹਿੰਦੇ ਨੇ ਲੋਕਾਂ ਦੇ ਦਿਲ ਵਿੱਚ ਕੀ ਹੈਗਾ? ਸਿਰਫ ਤੇ ਸਿਰਫ ਬੁਰਾਈ ਹੈਗੀ ਹੈ। ਅੱਜ ਕੀ ਹੈ? ਸਿਰਫ ਤੇ ਸਿਰਫ ਬੁਰਾਈ ਹੈਗੀ ਹੈ। ਕੋਈ ਟੀਵੀ ਸੀਰੀਅਲ ਦੇਖ ਲਓ, ਕੁਝ ਦੇਖ ਲਓ, ਹਰ ਜਗ੍ਹਾ ਕੀ ਦਿਖਾ ਰਹੇ ਨੇ? ਕਿਵੇਂ ਕਤਲ ਕੀਤਾ ਜਾਂਦਾ ਹੈ, ਕਿਵੇਂ ਘਰਾਂ 'ਚ ਲੜਾਈ ਹੈਗੀ ਹੈ, ਕਿਵੇਂ ਬੱਚੇ ਮਾਂ ਪਿਓ ਦਾ ਆਪਣਾ ਗੱਲ ਨਹੀਂ ਮੰਨਦੇ, ਕਿਵੇਂ ਅਬੋਰਸ਼ਨ ਚੱਲ ਰਹੇ ਨੇ,
ਕਿਵੇਂ ਜਿਹੜਾ ਆਪਣਾ ਮਰਦ ਦੇ ਨਾਲ ਸੰਬੰਧ ਬਣਾਉਣ ਨੂੰ ਅੱਛਾ ਮਹਿਸੂਸ ਕਰਦੇ ਨੇ, ਔਰਤ ਦੇ ਨਾਲ ਲੱਗੀ ਹੋਈ ਹੈ। ਸੇਮ ਚੀਜ਼ ਉਦੋਂ ਵੀ ਸੀ, सेम चीज आज भी की आगे। और यहोवा पृथ्वी पर मनुष्य को बनाने से पछताया और वह मन में अति खेदित हुआ। तब यहोवा ने कहा, मैं मनुष्य को जिसकी मैंने सृष्टि की है पृथ्वी के ऊपर से मिटा दूंगा। क्या मनुष्य, क्या पशु, क्या रेंगने वाले जंतु, क्या आकाश के पक्षी, सबको मिटा दूंगा, क्योंकि मैं उनके बनाने से पछताता हूँ। परमेश्वर ने कहा कि मैं दुखी हो गया है इंसान तो, क्यों इन्ना उनदे च गुनाह हैगा, इन्ने उनदे विचार गंदे हैगे ने, इन्ने हालात खराब ने। पर की हैगा कि जिवें हुणे तुहानूं मैं अर्ज कीती कि नोआ दा जदों जन्म होया उनदा नाम इस करके रखिया गया, क्यों? क्योंकि बड़ा वड्डा काम करना सी उन्हें। ਇਹ ਸਾਰੇ ਹਾਲਾਤਾਂ ਦੇ ਵਿੱਚ ਅੱਜ ਤੁਸੀਂ ਤੇ ਮੈਂ ਵੀ ਇਹਨਾਂ ਹਾਲਾਤਾਂ ਦੇ ਵਿੱਚ ਹੈਗੇ ਆ, ਸਾਡੇ ਬੱਚੇ ਵੀ ਸਕੂਲ ਕਾਲਜ ਜਾਂਦੇ ਨੇ, ਇਹੋ ਹਾਲਾਤ ਵੇਖਦੇ ਨੇ। ਪਰ ਕੀ ਜਦੋਂ ਤੁਹਾਨੂੰ ਤੇ ਮੈਨੂੰ ਰੱਬ ਦੇ ਨਾਲ ਚੱਲਦਾ ਦਿਖਣਗੇ, ਉਹਨਾਂ ਦੇ ਦਿਲਾਂ ਵਿੱਚੋਂ ਹੀ ਉਹ ਗੱਲਾਂ ਹੋਣਗੀਆਂ ਜਿਹੜੇ ਚੀਜ਼ਾਂ ਨੂਹ ਦੇ ਨਾਲ ਹੋਈਆਂ। ਪਰਮੇਸ਼ਵਰ ਨੂਹ ਦੇ ਬਾਰੇ ਕੀ ਗਵਾਹੀ ਦਿੰਦਾ ਹੈ ਕਿ ਇਹ ਮੇਰੇ ਨਾਲ ਚੱਲਣ ਵਾਲਾ ਹੈਗਾ। ਵਚਨ ਕੀ ਕਹਿੰਦਾ ਹੈ ਆਪਾਂ ਦੇਖਾਂਗੇ 6 ਦਾ 8 ਤੇ 9 ਕਿ ਕਿਵੇਂ ਪਰਮੇਸ਼ਵਰ ਕਹਿੰਦਾ ਹੈ ਕਿ ਨੋਆ ਤੇ ਮੇਰਾ ਅਨੁਗ੍ਰਹ ਹੈਗਾ। ਕਿਉਂ ਅਨੁਗ੍ਰਹ ਹੈਗਾ ਵਚਨ ਦੱਸਦਾ ਹੈ। परंतु यहोवा के अनुग्रह की दृष्टि नूह पर बनी रही। नूह की वंशावली ये है, नूह धर्मी पुरुष और अपने समय के लोगों में खरा था। की सीगा धर्मी पुरुष सीगा, अपने लोगों में उस टाइम के लोगों की सीगा वो खरा रहा, प्योर रहा। हाँ जी। और नूह परमेश्वर ही के साथ साथ चलता रहा। ते नूह की हैगा सिर्फ ਉਹਨੇ ਪਰਮੇਸ਼ਵਰ ਦਾ ਆਪਣਾ ਦਾਮਨ ਨਹੀਂ ਛੱਡਿਆ, ਪਰਮੇਸ਼ਵਰ ਦਾ ਲੜ ਨਹੀਂ ਛੱਡਿਆ। ਸਭ ਕੁਝ ਬੁਰਾਈ ਹੋਣ ਦੇ ਬਾਵਜੂਦ ਉਸ ਬੁਰਾਈ ਦੇ ਵਿੱਚ ਰਹਿੰਦੇ ਹੋਏ ਉਹਨੇ ਕੀ ਕੀਤਾ? ਪਰਮੇਸ਼ਵਰ ਦਾ ਸਾਥ ਛੱਡਿਆ। ਫਿਰ ਪਰਮੇਸ਼ਵਰ ਨੇ ਕਿਵੇਂ ਕੀਤਾ? ਨੂਹ ਜਦੋਂ 500 ਸਾਲ ਦਾ ਸੀਗਾ ਉਦੋਂ ਪਰਮੇਸ਼ਵਰ ਨੂੰ ਦਰਸ਼ਨ ਦਿੱਤੇ ਤੇ ਪਰਮੇਸ਼ਵਰ ਨੇ ਕਿਹਾ तू एक किश्ती बना। उस टाइम तक जमीन ते कदी बारिश नहीं हुई सी, किसी ने फ्लड दे बारे, बाढ़ दे बारे सोचा नहीं सी, क्योंकि किसी ने देखा भी नहीं सी। पर जो परमेश्वर ने उन्हें दर्शन दे के कहा भी तू किश्ती बनानी है। हुण किश्ती भी छोटी मोटी किश्ती नहीं बनानी। और जिहड़ा नूह दा आर्क सीगी उनका जिहड़ा साइज सीगा ਉਹ ਟਾਈਟੈਨਿਕ ਦਾ ਜਿਹੜਾ ਸਾਈਜ਼ ਸੀਗਾ ਉਹਦੇ ਤੋਂ 130 ਸੀਗਾ। ਉਹ 440 ਫੁੱਟ ਲੰਬੀ ਤੇ 72 ਫੁੱਟ ਚੌੜੀ ਤੇ 43 ਫੁੱਟ ਉੱਚੀ ਸੀ। ਤੇ ਉਹਦੇ ਵਿੱਚ ਕੀ ਸੀਗਾ? ਤਿੰਨ ਉਹਦੇ ਵਿੱਚ ਕੀ ਕਹਿੰਦੇ 3 ਸਟੋਰੀ ਸੀਗੀ। ਉਹ ਐਡੀ ਵੱਡੀ ਕਿਸ਼ਤੀ ਬਣਾਈ ਤੇ ਵਾਜਿਬ ਹੈ ਕਿ ਇੰਨੀ ਕਿਸ਼ਤੀ ਬਣਾਉਣ ਵਿੱਚ ਉਹਨੂੰ ਕੀ ਲੱਗਿਆ? 120 ਸਾਲ ਲੱਗੇ ਉਹਨੂੰ ਉਸ ਕਿਸ਼ਤੀ ਨੂੰ ਬਣਾਉਣ ਵਿੱਚ। ਤੁਸੀਂ ਦੇਖੋ ਉਹਦੇ 3 ਬੱਚੇ ਸੀਗੇ ਆਪਣਾ ਨੂਹ ਦੇ। ਜਦੋਂ ਉਹਦੇ ਬੱਚੇ ਆਪਣਾ ਘਰੋਂ ਬਾਹਰ ਨਿਕਲਦੇ ਹੋਣਗੇ, ਸਕੂਲ ਜਾਂਦੇ ਹੋਣਗੇ ਜਾਂ ਜੋ ਵੀ ਕੰਮ ਕਰਦੇ ਹੋਣਗੇ, ਸਾਰੇ ਮਜ਼ਾਕ ਉਡਾਉਂਦੇ ਹੋਣਗੇ ਇੰਨੇ ਸਾਲਾਂ ਤੱਕ। 1 ਸਾਲ ਨਹੀਂ, 2 ਸਾਲ ਨਹੀਂ, 5 ਸਾਲ ਨਹੀਂ, ਵੀ ਇਹ ਤੇਰਾ ਪਿਓ ਕੀ ਕਰਦਾ ਫਿਰਦਾ, ਇਹ ਕੀ ਬਣਾ ਰਿਹਾ। ਤੇ ਸਭ ਤੋਂ ਵੱਡੀ ਹੋਰ ਗੱਲ ਵੀ ਦੇਖੀ ਹੈ ਇਹਦੇ ਵਿੱਚ ਕਿ ਉਹਨੂੰ ਪਰਮੇਸ਼ਵਰ ਨੇ ਤੂੰ ਕਿਹਾ ਕਿ ਤੂੰ ਇੱਕ ਖਾਸ ਲੱਕੜੀ ਦਾ ਇਸਤੇਮਾਲ ਕਰਨਾ ਹੈ। ਉਹ ਲੱਕੜੀ ਦਾ ਨਾਮ ਸੀ ਗੋਪਰ ਵੁੱਡ। ਤੇ ਉਸ ਸਮੇਂ ਤੋਂ ਬਾਅਦ, ਨੋਆ ਦੇ ਸਮੇਂ ਤੋਂ ਬਾਅਦ ਕਈ ਤਰ੍ਹਾਂ ਦੀ ਲੱਕੜੀ ਦੇ ਬਾਰੇ ਵਰਣਨ ਹੋਇਆ ਬਾਈਬਲ ਵਿੱਚ, ਪਰ ਗੋਪੁਰ ਦੀ ਲੱਕੜੀ ਦਾ ਕਦੀ ਵਰਣਨ ਨਹੀਂ ਹੋਇਆ। ਉਹ ਖਾਸ ਪਰਮੇਸ਼ਵਰ ਨੇ ਉਹ ਕਿਸ਼ਤੀ ਬਣਾਉਣ ਵਾਸਤੇ ਇਸਤੇਮਾਲ ਕਰਵਾਉਣੀ ਸੀ। ਕਿਉਂ? ਪਰਮੇਸ਼ਵਰ ਦੇ ਕੰਮ ਕੀ ਨੇ? ਹੀ ਸੁਪਰ ਨੈਚੁਰਲ। ਪਰਮੇਸ਼ਵਰ ਦੇ ਕੰਮ ਜਿਹੜੇ ਹੈਗੇ ਨੇ ਉਹ ਅਜਾਇਬ ਹੈਗੇ ਨੇ। ਫਿਰ ਜਦੋਂ ਸਾਰਾ ਕੰਮ ਅਸੀਂ ਦੇਖਿਆ ਤੇ ਬੋਟ ਬਣ ਗਈ।
फिर परमेश्वर ने कहा कि जिन्ने भी अपना ਜਿਹੜੇ ਤਾਂ ਸ਼ੁੱਧ ਐਨੀਮਲ ਹੈਗੇ ਨੇ ਉਹ 7-7 ਆਣਗੇ, ਜਿਹੜੇ ਅਸ਼ੁੱਧ ਹੈਗੇ ਨੇ ਉਹ 2-2 ਕਰਕੇ ਆਣਗੇ, ਤੇ ਉਹ ਆਪਣੇ ਆਪ ਤੇਰੀ ਬੋਟ ਵਿੱਚ ਆ ਜਾਣਗੇ, ਤੈਨੂੰ ਉਹਨਾਂ ਨੂੰ ਲੈਣ ਜਾਣ ਦੀ ਲੋੜ ਨਹੀਂ ਪੈਗੀ। ਤੇ ਜਦੋਂ ਸਾਰਾ ਕੰਮ ਹੋ ਗਿਆ, ਇੱਕ ਐਸੀ ਅਦਭੁਤ ਗੱਲ ਲਿਖੀ ਹੈ ਬਾਈਬਲ ਦੇ ਵਚਨ ਜਿਹੜੇ ਕਿ ਤੁਹਾਡੇ ਦਿਲਾਂ ਨੂੰ ਹਿਲਾ ਕੇ ਰੱਖ ਦੇਗੀ। ਰੀਡ 7:16-17 परमेश्वर ने खुद बोर्ड का दरवाजा बंद किया, वचन दसदा है। हाँ जी। और जो गए वे परमेश्वर की आज्ञा के अनुसार सब जाति के प्राणियों में से नर और नारी मादा गए। तब यहोवा ने जहाज का द्वार बंद कर दिया। आमीन। यहोवा ने उनका किश्ती का दरवाजा बंद करता। उस तो बाद की होया, 40 दिन 40 रात तक कहते ने परमेश्वर ने अपना आकाश दे झरोके खोलते ते सारे पासे की होया, जल परले हो गई, सारे पासे पानी 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 हो गया। 40 दिन तक बारिश चलती रही। ਉਹਦੇ ਨਾਲ ਕੀ ਹੋਇਆ कि जो भी कोई है जमीन ते चीज सीगी, भावें इंसान सीगा, भावें पेड़ पौधे सीगे, कुछ भी सीगा, सब तबाह हो गया। हुण जो 40 साल है जी बारिश हुई, जो बारिश होना बंद हो गई ते बारिश नू 150 दिन लगे वो पानी नू घटण विच। ਇਹ ਆਪਾਂ ਨੂੰ परमेश्वर ਦਾ वचन दसदा है। ਤੇ ਆਪਾਂ ਦੇਖਿਆ ਕਿ ਨੋਆ ਨੇ ਕਿਵੇਂ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ। 120 ਸਾਲ ਉਹਨੇ ਆਪਣਾ ਕਿਸ਼ਤੀ ਬਣਾਉਣ ਵਿੱਚ ਲਗਾਏ। ਫਿਰ ਵੀ ਪਰਮੇਸ਼ਵਰ ਨੇ ਕੀ ਹੈ, ਇੱਕ ਕੱਲੇ ਨੂਹ ਨੂੰ ਉਸ ਟਾਈਮ ਦਾ ਜਿਹੜਾ ਇੱਕ ਨੂਹ ਕੱਲਾ ਬੰਦਾ ਸੀਗਾ, ਜਿੰਦਾ ਨਾਮ ਪਰਮੇਸ਼ਵਰ ਨੇ ਉਹਦੇ ਜਨਮ ਦੇ ਟਾਈਮ ਤੇ ਠੀਕ ਰਖਵਾਇਆ ਸੀ। ਉਹਦੇ ਜ਼ਰੀਏ ਜਿਹੜੀ ਇਨਸਾਨ ਦੀ ਕੌਮ ਸੀਗੀ, ਜਨਰੇਸ਼ਨ ਸੀ ਇਨਸਾਨ ਦੀ ਬਚੀ। ਉਹਦੀ ਆਗਿਆਕਾਰਿਤਾ ਦੇ ਨਾਲ ਸਭ ਕੁਝ ਦਾ ਬਚਾਅ ਹੋਇਆ। ਹੁਣ ਇਹ ਤਾਂ ਪੁਰਾਣੇ ਨਿਯਮ ਤੁਹਾਡੇ ਸਾਰੀ ਗੱਲਾਂ ਕੀਤੀਆਂ ਨੇ, ਹੁਣ ਨਵਾਂ ਨਿਯਮ ਵੀ ਇਹਦੇ ਬਾਰੇ ਬਿਆਨ ਕਰਦਾ ਹੈ। ਆਪਾਂ ਦੇਖਾਂਗੇ ਇਬਰਾਨੀਆਂ 11:7। विश्वास ही से नूह ने उन बातों के विषय में जो उस समय दिखाई ना पड़ती थी चेतावनी पाकर भक्ति के साथ अपने घराने के बचाव के लिए जहाज बनाया, और उसके द्वारा उसने संसार को दोषी ठहराया और उस धर्म का वारिस हुआ जो विश्वास से होता है। By faith, Noah being divinely warned of the things not yet seen। ਆਪਾਂ सब तो पहले इब्रानी 11 पढ़ा, की पढ़ा कि वो चीजें जो हम देख नहीं सकते उन पर विश्वास करते हैं। नूह ने भी उहियो काम किया। परमेश्वर ने ਜਿਹੜੇ ਕੰਮ ਉਸ ਟਾਈਮ ਦੇ ਲੋਕਾਂ ਨੂੰ ਸੌਂਪੇ ਸੀ, ਉਹੀਓ ਕੰਮ ਅੱਜ ਤੁਹਾਨੂੰ ਤੇ ਮੈਨੂੰ ਸੌਂਪੇ ਨੇ, ਕਿ ਟੂ ਬਿਲੀਵ ਇਨ ਦੋਜ਼ ਥਿੰਗਸ ਵਿਚ ਵੀ ਡੋਂਟ ਸੀ। ਉਹ ਚੀਜ਼ਾਂ ਤੇ ਵਿਸ਼ਵਾਸ ਕਰੋ ਜਿਨ੍ਹਾਂ ਨੂੰ ਅਸੀਂ ਦੇਖਦੇ ਨਹੀਂ। He was moved with godly fear, prepared an ark for saving his household, by which he condemned the world। ਉਹਨੇ ਕੀ ਜਦੋਂ ਆਪਣੇ ਕਿਸ਼ਤੀ ਬਣਾ ਕੇ ਕੀ ਕੀਤਾ, ਆਪਣੇ ਪਰਿਵਾਰ ਨੂੰ ਬਚਾਇਆ ਪਰਮੇਸ਼ਵਰ ਦਇਆ ਨਾਲ, ਤੇ ਕੀ ਹੈ ਸਾਰੇ ਸੰਸਾਰ ਨੂੰ ਕੀ ਹੈ ਦੋਸ਼ਿਤ ਕਰਾਰ ਕੀਤਾ। ਅਸੀਂ ਉਸ ਵਿਸ਼ਵਾਸਯੋਗ ਜਿਹੜਾ ਪਰਮੇਸ਼ਵਰ ਦਾ ਜਨ ਲੱਗਿਆ, ਉਹਦੀ ਗੱਲ ਕਰਦੇ ਆ ਤੁਹਾਡੇ ਨਾਲ ਕਿ ਉਹਨੇ ਪਰਮੇਸ਼ਵਰ ਦੇ ਨਾਲ ਚੱਲਣ ਨਾਲ ਸਾਰਿਆਂ ਨੂੰ ਦੋਸ਼ੀ ਠਹਿਰਾਇਆ। ਨੈਕਸਟ ਪੜ੍ਹ ਦੋ ਤੁਸੀਂ ਪੀਟਰ 1 ਪੀਟਰ 3:20। ਇਹਦੇ ਦੱਸਿਆ ਕਿ ਪਰਮੇਸ਼ਵਰ ਫੇਰ ਵੀ ਦਇਆ ਕਰਨ ਵਾਲਾ ਬੰਦਾ ਹੈ। ਪਰਮੇਸ਼ਵਰ ਫੇਰ ਵੀ ਦਇਆ ਕਰਦੇ ਸਾਡੇ ਤੇ। ਜਦੋਂ ਪ੍ਰਭੂ ਯਿਸੂ ਮਸੀਹ 3 ਦਿਨ ਤੱਕ ਕਬਰ ਵਿੱਚ ਸੀਗੇ ਤੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਉਹ 3 ਦਿਨ ਉਹਨਾਂ ਨੇ ਕੀ ਕੀਤਾ। जिन्होंने उस बीते समय में आज्ञा ना मानी। बीते समय में ਇੱਥੇ ਰੈਫਰ ਕਰ ਰਹੇ ਜਿਹੜੇ ਨੂਹ ਦੇ ਟਾਈਮ ਤੇ ਜਿਹੜੇ ਲੋਕ ਬਰਬਾਦ ਹੋਏ ਸੀ, ਜਿਹੜੇ ਲੋਕ ਐਜ਼
ਜਿਹਨੂੰ ਆਪਾਂ ਕਹਿੰਦੇ ਆ ਨਾ ਪ੍ਰਿਜ਼ਨਰ ਹੋ ਕੇ ਬੰਦ ਹੈਗੇ ਨੇ ਪਤਾਲ ਵਿੱਚ। जिन्होंने उस बीते समय में आज्ञा ना मानी, जब परमेश्वर नूह के दिनों में धीरज धरकर ठहरा रहा और वह जहाज बन रहा था जिसमें बैठकर थोड़े लोगों अर्थात 8 प्राणी पानी के द्वारा बच गए। नेक्स्ट पढ़ दो। हाँ जी 18 है। ओके। इसलिए कि मसीह ने भी अर्थात अधर्मियों के लिए धर्मी ने पापों के कारण एक बार दुख उठाया ताकि हमें परमेश्वर के पास पहुंचाए, और शरीर के भाव से तो घात किया गया पर आत्मा के भाव से जिलाया गया। उसी में उसने जाकर कैदी आत्माओं को भी प्रचार किया जिन्होंने उस बीते समय में आज्ञा ना मानी, जब परमेश्वर नूह के दिनों में धीरज धरकर ठहरा रहा और वह जहाज का बना रहा था जिसमें बैठकर थोड़े लोग अर्थात 8 प्राणी पानी के द्वारा बच गए। ਇੱਥੇ ਪਰਮੇਸ਼ਰ ਨੂਹ ਦੇ ਟਾਈਮ ਤੇ ਜਿਹੜੇ ਲੋਕ ਆਪਣਾ ਸੀਗੇ ਜਿਨ੍ਹਾਂ ਨੇ ਪਛਤਾਵਾ ਨਹੀਂ ਕੀਤਾ ਸੀ, ਜਿਹੜੇ ਪਰਮੇਸ਼ਰ ਦੇ ਖਿਲਾਫ ਸੀਗੇ, ਪਰਮੇਸ਼ਰ ਦੀ ਦਇਆ ਦੇਖੋ ਕਿੰਨਾ ਦਿਆਲੂ ਪਰਮੇਸ਼ਰ ਹੈ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਕਿ ਤੁਸੀਂ ਅਜੇ ਵੀ ਪਛਤਾਵਾ ਕਰ ਸਕਦੇ ਹੈਗੇ। ਇਸ ਕਰਕੇ ਅਸੀਂ ਰੋਜ਼ ਤੁਹਾਡੇ ਨਾਲ ਉਸ ਪਰਮੇਸ਼ਰ ਦੀ ਗੱਲ ਕਰਦੇ ਹਾਂ ਜਿਹੜਾ ਕਿ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ। ਉਸ ਪਰਮੇਸ਼ਵਰ ਦੀ ਗੱਲ ਕਰਦੇ ਆ ਜਿਹੜਾ ਨਹੀਂ ਚਾਹੁੰਦਾ ਵੀ ਕੋਈ ਵੀ ਨਾਸ਼ ਹੋਵੇ। ਉਸ ਪਰਮੇਸ਼ਵਰ ਦੀ ਗੱਲ ਕਰਦੇ ਆ ਜਿਹੜਾ ਅਜਾਇਬ ਕੰਮ ਕਰਦਾ ਹੈ, ਜਿਹੜਾ ਜਿਵੇਂ ਆਪਾਂ ਸਭ ਤੋਂ ਪਹਿਲੇ ਸਾਮ 145 ਪੜਿਆ ਕਿ ਜਿਹੜਾ ਅਦਭੁਤ ਕੰਮ ਕਰਦਾ ਹੈ, ਜਿੰਨੀ ਕਰੁਣਾ ਜਿਹੜੀ ਹੈਗੀ ਹੈ, ਜਿੰਦੀ ਦਇਆ ਜਿਹੜੀ ਹੈਗੀ ਹੈ, ਜਿੰਦੀ ਮਿਹਰਬਾਨੀ ਜਿਹੜੀ ਹੈਗੀ ਹੈ ਉਹਦੇ ਬੱਚਿਆਂ ਦੇ ਨਾਲ ਹੈਗੀ। ਇਸ ਕਰਕੇ ਕਹਿੰਦੇ ਨੇ ਜਿਵੇਂ ਪਹਿਲੇ ਮੈਂ ਕਿਹਾ ਕਿ ਜਿਵੇਂ ਨੋਹ ਦੇ ਦਿਨਾਂ ਦੇ ਹਾਲਾਤ ਸੀਗੇ ਅੱਜ ਵੀ ਉਹੀਓ ਹਾਲਾਤ ਨੇ। ਜਿਵੇਂ ਬੁਰਾਈ ਉਸ ਟਾਈਮ ਤੇ ਸੀਗੀ ਉਵੇਂ ਬੁਰਾਈ ਅੱਜ ਵੀ ਹੈਗੀ ਹੈ। ਤੇ ਅੱਜ ਪਰਮੇਸ਼ਵਰ ਤੁਹਾਨੂੰ ਤੇ ਮੈਨੂੰ ਦੇਖਦਾ ਕਿ ਕਿਆ ਅਸੀਂ ਸੁੱਤੇ ਪਏ ਹਾਂ ਕਿ ਅਸੀਂ ਜਾਗਦੇ ਪਏ ਹਾਂ, ਕਿਆ ਅਸੀਂ ਪ੍ਰਾਰਥਨਾ 'ਚ ਹੈਗੇ ਹਾਂ ਕਿ ਅਸੀਂ ਬੇਕਾਰ ਦੇ ਕੰਮਾਂ 'ਚ ਲੱਗੇ ਹਾਂ, ਕਿਆ ਅਸੀਂ ਅਜੇ ਵੀ ਆਪਣੇ ਆਪ ਤੇ ਭਰੋਸਾ ਕਰਦੇ ਹਾਂ ਕਿ ਪ੍ਰਭ ਤੇ ਭਰੋਸਾ ਕਰਦੇ ਹਾਂ, ਕਿਆ ਸਾਨੂੰ ਥੋੜੀ ਵੀ ਆਪਣਾ ਚਿੰਤਾ ਹੈਗੀ ਹੈ ਵੀ ਕਿੰਨੀਆਂ ਕਰੋੜਾਂ ਲੱਖਾਂ ਰੂਹਾਂ ਜਿਹੜੇ ਹੈਗੀਆਂ ਨੇ ਉਹ ਦੁਬਾਰਾ ਤਬਾਹ ਹੋਣਗੀਆਂ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ। ਕਿਉਂਕਿ ਵਚਨ ਕਹਿੰਦਾ ਹੈ ਕਿ ਇਸ ਪ੍ਰਿਥਵੀ ਦੇ ਉੱਪਰ ਪ੍ਰਿਥਵੀ ਦੇ ਥੱਲੇ ਇੱਕੋ ਨਾਮ ਦਿੱਤਾ ਗਿਆ ਹੈ ਜਿਹਦੇ ਨਾਲ ਉਧਾਰ ਪਾਇਆ ਜਾ ਸਕਦਾ ਹੈ, ਜਿਹਦੇ ਨਾਲ ਬਚਿਆ ਜਾ ਸਕਦਾ ਹੈ, ਜਿਹਦੇ ਨਾਲ ਆਪਾਂ ਨੂੰ ਸਾਲਵੇਸ਼ਨ ਮਿਲਦੀ ਹੈ, ਜਿਹਦੇ ਨਾਲ ਆਪਾਂ ਨੂੰ ਅਨੰਤ ਜੀਵਨ ਮਿਲਦਾ ਹੈਗਾ। ਜਿਵੇਂ ਅਸੀਂ ਰੋਜ਼ ਹੀ ਪੜਾਂਗੇ ਤੁਹਾਡੇ ਨਾਲ 17:3 ਜੌਨ 17:3 ਕਿ ਅਨੰਤ ਜੀਵਨ ਕੀ ਹੈਗਾ, ਤੁਹਾਨੂੰ ਮੈਂ ਰੋਜ਼ ਯਾਦ ਕਰਾਵਾਂਗਾ ਤਾਂ ਕਿ ਜੇ ਤੁਸੀਂ ਬੱਚੇ ਹੋ ਤਾਂ ਰੱਬ ਦਾ ਸ਼ੁਕਰ ਹੈਗਾ, ਪਰ ਜੇ ਤੁਸੀਂ ਨਹੀਂ ਜੇ ਬੱਚੇ ਹੋ ਤਾਂ ਸ਼ੁਕਰ ਹੈ, ਜੇ ਨਹੀਂ ਬੱਚੇ ਹੋ ਤੇ ਬਚ ਜਾਓ। ਤੇ ਜੇ ਬੱਚੇ ਹੋ ਤੇ ਜਿਹੜੇ ਤੁਹਾਡੇ ਭੈਣ ਭਰਾ ਨਹੀਂ ਬਚੇ, ਜਿਹੜੇ ਤੁਹਾਡੇ ਆਸ-ਪਾਸ ਦੇ ਲੋਕ ਨਹੀਂ ਬਚੇ, ਉਹਨਾਂ ਤੱਕ ਤੁਸੀਂ ਇਹ ਸੰਦੇਸ਼ ਸੁਣਾਓ। ਹਾਂਜੀ। और अनंत जीवन ये है कि वे तुझ एकमात्र सच्चे परमेश्वर को और यीशु मसीह को जिसे तूने भेजा है जाने। एकमात्र सच्चे परमेश्वर को। किन्ने परमेश्वर है ने इस जमीन ते? लोकां ने बहुत बनाए ने, पर परमेश्वर दा वचन बाइबल की कहती है एकमात्र सच्चे परमेश्वर को, जो अगर लोग जान लें और प्रभु यीशु मसीह जिसको परमेश्वर ने आपके और मेरे पापों के लिए जमीन पे भेजा, जिन्होंने आपके और मेरी खातिर सलीब पे जान दी, जिन्होंने सलीब पे का पिता से प्रार्थना करी कि इनको माफ करना, ये नहीं जानते ये क्या करते हैं, जिन्होंने कहा कि मैं अपनी शांति तुम्हें दिए जाता हूं, ऐसे नहीं जैसे कि संसार देता है। उसी प्रभु यीशु मसीह जी ने क्या कहा कि आई एम द वे, आई एम द ट्रूथ, आई एम द लाइफ। उन्होंने की किया कि मैं ही जीवन की रोटी हूं, मैं ही जीवन की ज्योति हूं, जो मेरे पीछे चलेगा वह अंधकार में नहीं होगा। ਅਸੀਂ ਰੋਜ਼ ਹੈ ਆਪਣਾ ਪਰਮੇਸ਼ਵਰ ਦੀ ਸਹਾਇਤਾ ਦੇ ਨਾਲ, ਉਹਨਾਂ ਦੀ ਮਦਦ ਦੇ ਬਿਨਾਂ ਅਸੀਂ ਨਹੀਂ ਬੋਲ ਸਕਦੇ।
ਅਸੀਂ ਰੋਜ਼ ਹੀ ਪਰਮੇਸ਼ਰ ਸਹਾਇਤਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪਰਮੇਸ਼ਵਰ ਦਾ ਸ਼ੁਭ ਸਮਾਚਾਰ, ਪਰਮੇਸ਼ਵਰ ਦੀ ਵਚਨ ਦੀ ਸੱਚਾਈਆਂ ਲਿਆਉਂਦੇ ਰਹੀਏ, ਤਾਂ ਕਿ ਜੇ ਤੁਸੀਂ ਬੱਚੇ ਹੋ ਤਾਂ ਰੱਬ ਦਾ ਸ਼ੁਕਰ ਹੈਗਾ, ਜੇ ਨਹੀਂ ਬੱਚੇ ਹੋ ਤੇ ਬਚ ਜਾਓ, ਤੇ ਜੇ ਤੁਸੀਂ ਬਚੇ ਹੋਏ ਹੋ ਤੇ ਤੁਹਾਡੇ ਆਸ-ਪਾਸ ਜਿੰਨੇ ਲੋਕ ਨਹੀਂ ਬਚੇ ਉਹ ਤੁਹਾਡੇ ਦੁਆਰਾ ਬਚਾਏ ਜਾਣ। ਕਿਉਂਕਿ ਪਰਮੇਸ਼ਵਰ ਦਾ ਵਚਨ ਦੱਸਦਾ ਹੈਗਾ ਕਿ ਜਦੋਂ ਇੱਕ ਵੀ ਰੂਹ ਜ਼ਮੀਨ ਤੇ ਬਚਾਈ ਜਾਂਦੀ ਹੈ ਉਦੋਂ ਸਵਰਗ ਵਿੱਚ ਖੁਸ਼ੀ ਮਨਾਈ ਜਾਂਦੀ ਹੈ। ਕਿਉਂ? ਕਿ God so loved the world, John 3:16, परमेश्वर ने जगत से ऐसा प्रेम किया that he gave his only begotten son, कि उसने अपना इकलौता पुत्र दे दिया कि the whosoever, इनके किधर लिखा कि मसीहा वास्ते मरे प्रभु यीशु मसीह, whosoever believes in him will not perish but have eternal life। John 3:17 पढ़ दो, मैं वो याद नहीं, ਅਸੀਂ ਆਮ ਤੌਰ ਤੇ 3:16 ਤੇ ਰੁਕ ਜਾਂਦੇ ਆ। 3:17 ਪਰਮੇਸ਼ਰ ਦਾ ਵਚਨ ਇਹਦੇ ਨਾਲ ਜੁੜਦੇ ਹੋਏ ਗਹਿਰਾਈ ਦੇ ਬਾਰੇ ਗੱਲ ਕਰਦਾ ਹੈ जी। 3:16 क्योंकि परमेश्वर नहीं 17 पढ़ो। परमेश्वर ने अपने पुत्र को जगत में इसलिए नहीं भेजा कि जगत पर दंड की आज्ञा दे। परमेश्वर ने अपने पुत्र को, प्रभु यीशु मसीह को, इसलिए नहीं भेजा कि संसार पे दंड की आज्ञा दे, परंतु इसलिए कि जगत उसके द्वारा उद्धार पाए। आमीन। किस लिए भेजा? कि ताकि जगत, फिर भी की लिखा है, किधर नहीं लिखा, मसीहा वास्ते, ताकि जगत उनके द्वारा उद्धार पाए। तो मेरी प्रार्थना है कि हर किसी सुनने वाले वास्ते कि जे तुसी बचाए गए और आपका शुक्र है, ਜਿਹੜੇ ਤੁਹਾਡੇ ਆਸ-ਪਾਸ ਨੇ ਜਿਹੜੇ ਨਹੀਂ ਬਚਾਏ ਗਏ ਉਹਨਾਂ ਤੱਕ ਤੁਹਾਡਾ ਫਰਜ਼ ਬਣਦਾ ਹੈ ਸ਼ੁਭ ਸਮਾਚਾਰ ਲੈ ਕੇ ਜਾਓ, ਤੇ ਜਿਹੜੇ ਨਹੀਂ ਬਚਾਏ ਗਏ ਉਹ ਪਰਮੇਸ਼ਵਰ ਦੀ ਦਇਆ ਅਜੇ ਵੀ ਤੁਹਾਡੇ ਵਾਸਤੇ ਹੈਗੀ ਹੈ, ਪਰਮੇਸ਼ਵਰ ਦੀ ਗ੍ਰੇਸ, ਪਰਮੇਸ਼ਵਰ ਦਾ ਅਨੁਗ੍ਰਹਿ ਅਜੇ ਵੀ ਤੁਹਾਡੇ ਵਾਸਤੇ ਹੈਗਾ। ਕਿਉਂ? ਜਿਵੇਂ ਅਸੀਂ ਕੱਲ ਸਾਮ 150 ਦਾ 6ਵਾਂ ਵਰਸ ਦੇਖਿਆ ਸੀ, ਉਹ ਕਹਿੰਦਾ ਜਿਹੜੇ ਜਿੰਨੇ ਵਿੱਚ ਸਵਾਸ ਹੈਗੀ ਹੈ, all those who are living should praise the God। praise the God, which God? the living God। ਉਹ ਪਰਮੇਸ਼ਵਰ ਜਿਹੜਾ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੈਗਾ। ਜੈ ਮਸੀਹ। थैंक यू फादर प्रभु यीशु मसीह नासरी के नाम में। हे पिता परमेश्वर, ਤੁਹਾਡੇ ਇਸ ਵਚਨ ਦੇ ਲਈ ਧੰਨਵਾਦ ਕਰਦੇ ਹਾਂ ਖੁਦਾਵੰਦ, ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕਰਦੇ ਹਾਂ ਖੁਦਾਵੰਦ। ਮਦਦ ਕਰੋ, ਸਹਾਇਤਾ ਕਰੋ ਲਾਰਡ ਜੀਸਸ ਓ ਗॉड, ਕਿ ਤੁਸੀਂ ਹੀ ਇੱਕਮਾਤਰ ਪਰਮੇਸ਼ਵਰ ਹੋ ਪ੍ਰਭੂ ਯੀਸ਼ੂ। ਕਿਉਂਕਿ ਵਚਨ 'ਚ ਲਿਖਿਆ ਖੁਦਾਵੰਦ ਕਿ ਜੋ ਤੁਹਾਡੇ ਤੇ ਵਿਸ਼ਵਾਸ ਕਰਦਾ ਉਸ ਤੇ ਦੰਡ ਦੀ ਆਗਿਆ ਨਹੀਂ ਹੋਏਗੀ, ਪਰੰਤੂ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਆਲਰੇਡੀ ਦੋਸ਼ੀ ਠਹਿਰ ਚੁੱਕਿਆ, ਇਸ ਲਈ ਕਿ ਉਸਨੇ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕੀਤਾ। ਔਰ ਇਹ ਨਾਮ ਪ੍ਰਭੂ ਯੀਸ਼ੂ ਮਸੀਹ ਨਾਸਰੀ ਹੈ, ਜਿਹੜਾ ਨਾਮ ਪਿਤਾ ਪਰਮੇਸ਼ਵਰ ਨੇ ਸਵਰਗ ਤੋਂ ਭੇਜਿਆ। ਉਸ ਕੁਆਰੀ ਮਰੀਅਮ ਦੇ ਕੋਲ ਫਾਦਰ ਜਦੋਂ ਤੁਸੀਂ ਵਰਡ ਭੇਜਿਆ ਤਾਂ ਤੁਸੀਂ ਇਹ ਨਾਮ ਵੀ ਤੁਸੀਂ ਭੇਜਿਆ ਕਿ ਜਿਹੜਾ ਇਹ ਨਾਮ ਜਿਹੜਾ ਹੈਗਾ, ਜਿਹੜਾ ਕੋਈ ਇਸ 'ਤੇ ਵਿਸ਼ਵਾਸ ਕਰੇਗਾ ਉਸ ਦਾ ਉद्धार ਹੋਏਗਾ। ਅੱਜ ਦਾ ਵਚਨ ਪ੍ਰਭੂ ਜੋ ਵਿਸ਼ਵਾਸ ਦਾ ਵਚਨ ਹੈ, ਅਸੀਂ ਸਾਰਿਆਂ ਵਾਸਤੇ ਇਹੀ ਦੁਆ ਪ੍ਰਾਰਥਨਾ ਕਰਦੇ ਹਾਂ, ਆਪਣੇ ਵਾਸਤੇ ਲਾਰਡ ਜੀਸਸ ਓ ਗॉड ਆਪਣੇ ਆਪ ਨੂੰ ਦੀਨ ਕਰਦੇ ਹਾਂ ਕਿ ਇਹ ਜਿਹੜੇ ਦੁਆ ਦਾ ਆਪਣੇ ਬੱਚਿਆਂ ਦਾ ਤੁਸੀਂ ਸਾਡੇ ਤੱਕ ਫਾਦਰ ਵਚਨ ਭੇਜਿਆ, ਉਹ ਵੀ ਸਾਡੇ ਵਾਂਗਰ ਦੁੱਖ ਸੁੱਖ ਭੋਗੀ ਇਨਸਾਨ ਸੀਗੇ, ਪਰ ਲਾਰਡ ਜੀਸਸ ਉਹਨਾਂ ਨੇ ਤੁਹਾਡੇ ਵਚਨ ਨੂੰ ਮੰਨਿਆ। ਔਰ ਲਾਰਡ ਤੁਸੀਂ ਅਦਭੁਤ ਕੰਮ ਕੀਤੇ ਉਹਨਾਂ ਦੀ ਜ਼ਿੰਦਗੀ 'ਚ। ਉਹੀ ਆਗਿਆਕਾਰਿਤਾ ਦਾ ਆਤਮਾ ਸਾਰਿਆਂ ਵਾਸਤੇ ਮੰਗਦੇ ਹਾਂ, ਕਿਉਂਕਿ ਹੇ ਪਿਤਾ ਪਰਮੇਸ਼ਵਰ, ਤੁਸੀਂ ਕਿਸੇ ਮੇਲ ਬਲੀ, ਕਿਸੇ ਹੋਮ ਬਲੀ ਨਾਲ ਪ੍ਰਸੰਨ ਨਹੀਂ ਹੁੰਦੇ, ਤੁਸੀਂ ਸਿਰਫ ਆਪਣੇ ਆਗਿਆਕਾਰਿਤਾ ਨਾਲ ਪ੍ਰਸੰਨ ਹੁੰਦੇ। ਔਰ ਹੇ ਪ੍ਰਭੂ ਯੀਸ਼ੂ ਮਸੀਹ ਜੀ, ਤੁਹਾਡੇ ਵਚਨ 'ਚ ਵੀ ਲਿਖਿਆ ਖੁਦਾਵੰਦ ਕਿ ਤੁਸੀਂ ਪ੍ਰਾਰਥਨਾ ਕਰ ਕਰਕੇ ਆਂਸੂ ਬਹਾ ਕੇ ਆਗਿਆ ਮੰਨਣੀ ਸਿੱਖੀ, ਇਸ ਲਈ ਤੁਹਾਡੀ ਸੁਣੀ ਦੀ। ਸਾਡੀ ਸਭ ਦੀ ਮਦਦ ਕਰੋ, ਸਹਾਇਤਾ ਕਰੋ, ਇਹ ਆਗਿਆਕਾਰਿਤਾ ਦਾ ਸਾਨੂੰ ਆਤਮਾ ਦਿਓ, ਤਾਂ ਕਿ ਅਸੀਂ ਉद्धार ਦੇ ਰਸਤੇ ਤੇ ਚੱਲਦੇ ਹੋਏ, ਆਗਿਆ ਮੰਨਦੇ ਹੋਏ, ਤੁਹਾਡੇ ਪਵਿੱਤਰਤਾਈ 'ਚ ਵੱਧ ਕੇ ਤੁਹਾਡੇ ਲਈ ਸੈਕਿੰਡ ਕਮਿੰਗ ਦੇ ਲਈ ਸਭ ਤਿਆਰ ਹੋ ਸਕੀਏ। ਸਾਡੇ ਸਾਰਿਆਂ ਦੇ ਨਾਲ ਹੇ ਪਿਤਾ ਪਰਮੇਸ਼ਵਰ, ਤੁਹਾਡਾ ਅਨੁਗ੍ਰਹ ਹਮੇਸ਼ਾ ਬਣਿਆ ਰਹੇ, ਪ੍ਰਭੂ ਯੀਸ਼ੂ ਦੇ ਨਾਮ ਨਾਲ ਆਮੀਨ।